पावन पवित्र कल्याणकारी सतगुरां दा इतिहास। गुरु जस सरवण कर लाहा प्राप्त करना करिए जी। सो कल दे दीवाना अंदर आप गुरसिख संगतां प्रसंग सरवण कीता कि धन सतगुरु श्री गुरु गोबिंद सिंह साहिब महाराज साहिब जी श्री आनंदपुर साहिब नगरी अनेक तरह के कौतुक पातशाह कर रहे हैं ते सतगुरां दे दर्शनां वास्ते दूर दुराडियां तो चल के संगतां आउंदियां। सतगुरु जी खुला पंडाल दीवान सजा के संगतां नूं अपने पावन दर्शन दे के कृतार्थ कर दे। जथा शक्त नजराने संगतां लैके आउंदियां गुरु चरनां विच हाजिर कर सतगुरां दीयां खुशियां अते मनोवांछित वरां नूं प्राप्त करके संगतां किरतार्थ हुंदियां। कई संगत विच आउण वाले गुरसिख सतगुरां दी हजूरी विच रह के महीना महीना सेवा कमाउंदे। कई 6-6 महीने गुरु हजूरी विच रह के सेवावां कमाउंदे ਅਤੇ ਗੁਰੂ ਦੀ ਸੰਗਤ ਕਰਕੇ ਪਾਵਨ ਜੋ ਆਤਮਾ ਦਾ ਉਪਦੇਸ਼ ਹੈ, ਆਤਮਾ ਦਾ ਗਿਆਨ ਹੈ, ਉਹ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਕਰਦੇ। ਸੋ ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। कल्याणकारी सतगुरां दा इतिहास। गुरु जस सरवण कर लाहा प्राप्त करना करिए जी। सतनाम श्री वाहिगुरु साहिब जीओ। सेवा करंत नह तजह पास। गुरसिख जो दर्शनां नूं आउंदे सतगुरु धन कलगियां वाले पातशाह दे दर्शन करके इतना मन मोहित हो जांदा कि सतगुरां दी सेवा विच जुट जांदे, लग जांदे। फिर ऐसी सेवा कमाउंदे कि सेवा करदियां होइयां सतगुरां दा पास, सतगुरां दा संग छड्डदे नहीं। सुख पाए शांत दुख द्वंद नाश। फिर सतगुरां दी सेवा करदियां सतगुरां दी संगत करदियां सतगुरां दी रसना तो पावन उपदेश सरवण कर दुख द्वंद नाश। द्वंद नाम समूह सारे जिहड़े दुख है वो सिखां दे नाश हुंदे। सेवा करदियां होया भी क्योंकि गुर सेवा तपां सिर तप सार। फिर गुरु द्वारा उपदेश सुन के भी सुनिया दुख पाप का नाश। क्योंकि सुनन वाले दे दुख ते पाप मिटदे है। पाप जन्य ही दुख पैदा हुंदे हन ते सुन के पाप मिट जांदे है ते पाप जन्य दुख जिहड़े है उन्हां दा मिटना सुभावक हो जाता है।
ਸੋ ਇਸ ਤਰ੍ਹਾਂ ਗੁਰੂ ਦੀ ਸੇਵਾ ਗੁਰਸਿੱਖ ਕਮਾਉਂਦੇ ਹੋਏ ਆਪਣੇ ਸਮੂਹ ਦੁੱਖਾਂ ਨੂੰ ਨਾਸ ਕਰ ਲੈਂਦੇ ਐ ਤੇ ਸੁਖ ਪਾਏ ਸ਼ਾਂਤ। ਜੋ ਮਨ ਦੀ ਸ਼ਾਂਤੀ ਆਦਿ ਜਿਹੜਾ ਆਤਮਿਕ ਆਨੰਦ ਦਾ ਸੁਖ ਹੈ ਉਹ ਗੁਰਸਿੱਖ ਹਾਸਲ ਕਰਦੇ ਐ, ਪ੍ਰਾਪਤ ਕਰਦੇ ਐ। ਕੋਸਨ ਹਜ਼ਾਰ ਕੇ ਦਾਸ ਆਏ, ਹਜ਼ਾਰਾਂ ਹੀ ਕੋਹਾਂ ਤੋਂ ਗੁਰਸਿੱਖ ਸੰਗਤਾਂ ਗੁਰੂ ਦਰਸ਼ਨਾਂ ਨੂੰ ਆਉਂਦੀਆਂ ਹਨ। ਹਜ਼ਾਰਾਂ ਕੋਹਾਂ ਤੋਂ ਗੁਰਸਿੱਖ ਗੁਰੂ ਦਰਸ਼ਨਾਂ ਦੇ ਅਭਿਲਾਖੀ ਚੱਲ ਕੇ ਆਉਂਦੇ। ਸੇਵਹਿ ਆਨੰਦ ਕੋ ਲੇਤ ਪਾਏ, ਸਤਿਗੁਰਾਂ ਦੀ ਸੇਵਾ ਕਮਾਉਂਦੇ, ਗੁਰੂ ਹਜ਼ੂਰੀ ਵਿੱਚ ਰਹਿ ਕੇ ਸੇਵਾਵਾਂ ਕਮਾਉਂਦਿਆਂ ਹੋਇਆਂ ਜੋ ਆਤਮਿਕ ਆਨੰਦ ਉਹ ਸਤਿਗੁਰਾਂ ਕੋਲੋਂ ਪ੍ਰਾਪਤ ਕਰਦੇ। ਸਭ ਸਾਖਿਆਤ ਦਰਸ਼ਨ ਕਰੰਤ, ਇਉਂ ਕਦੇ ਤਾਂ ਸਾਖਿਆਤਕਾਰ ਭਾਵ ਸਾਹਮਣੇ, ਕਦੇ ਤਾਂ ਗੁਰਾਂ ਦੇ ਸਾਹਮਣੇ ਪਾਵਨ ਦਰਸ਼ਨ ਪ੍ਰਾਪਤ ਹੁੰਦੇ ਐ, ਸਾਹਮਣੇ ਸੰਗਤਾਂ ਦਰਸ਼ਨ ਕਰਦੀਆਂ। ਕੌਣ ਗੁਰ ਸਰੂਪ ਧਿਆਨੰ ਤਰੰਤ, ਤੇ ਜਦ ਸਤਿਗੁਰੂ ਜੀ ਆਪਣੇ ਆਸਣਾਂ ਨੂੰ ਚਲੇ ਜਾਂਦੇ ਤੇ ਗੁਰਸਿੱਖ ਫਿਰ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਾਰਨ ਕਰ ਲੈਂਦੇ, ਫਿਰ ਧਿਆਨ ਦਰਸ਼ਨ ਕਰਦੇ। ਅਥਵਾ ਜਿਤਨਾ ਚਿਰ ਗੁਰਸਿੱਖ ਗੁਰੂ ਹਜ਼ੂਰੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਰਹਿੰਦੇ ਉਹਨਾਂ ਚਿਰ ਸਾਖਿਆਤਕਾਰ ਪ੍ਰਗਟ ਹੀ ਦਰਸ਼ਨ ਕਰਦੇ। ਜਦ ਸਤਿਗੁਰਾਂ ਕੋਲੋਂ ਵਿਦਾਇਗੀ ਲੈ ਕੇ ਘਰਾਂ ਨੂੰ ਚਲੇ ਜਾਂਦੇ ਤੇ ਆਪਣੇ ਘਰਾਂ ਵਿੱਚ ਜਾ ਕੇ ਗੁਰਾਂ ਦਾ ਧਿਆਨ ਧਾਰਨ ਕਰਦੇ, ਫਿਰ ਧਿਆਨ ਦੁਆਰਾ ਗੁਰਾਂ ਦੇ ਦਰਸ਼ਨ ਕਰਦੇ। ਬਨ ਗਮਨ ਕਰਤ ਕਾਰਨ ਅਖੇਰ, ਸੋ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ਼ਿਕਾਰ ਖੇਲਣ ਵਾਸਤੇ ਬਨ ਨੂੰ ਜਾਂਦੇ ਐ, ਜੰਗਲ ਨੂੰ ਜਾਂਦੇ ਐ। ਸਭ ਸੁਬਟ ਅਰੂੜ ਹੈ ਸੰਗ ਹੇਰ, ਤੇ ਜਦ ਸਤਿਗੁਰੂ ਜੀ ਸ਼ਿਕਾਰ ਖੇਲਣ ਜਾਂਦੇ ਤੇ ਸਤਿਗੁਰਾਂ ਦੇ ਜਿੰਨੇ ਵੀ ਸੰਗੀ ਸੁਬਟ ਹੈ, ਗੁਰਾਂ ਦੇ ਸਾਥੀ ਸੂਰਮੇ ਹੈ, ਉਹ ਸਾਰੇ ਨਾਲ ਚੜ੍ਹਦੇ। ਗਾਨ ਸੁਆਨ ਬਾਜ਼ ਸ਼ਿਕਰੇ ਵਿਸਾਲ, ਫਿਰ ਮੀਰ ਸ਼ਿਕਾਰ ਵੀ ਨਾਲ ਜਾਂਦੇ ਤੇ ਮੀਰ ਸ਼ਿਕਾਰਾਂ ਦੇ ਕੋਲ ਜਿਹੜੇ ਇਹ ਸ਼ਿਕਾਰੀ ਪਕਸ਼ੀ ਤੇ ਸ਼ਿਕਾਰੀ ਜਾਨਵਰ ਇਹ ਵੀ ਨਾਲ ਹੁੰਦੇ। ਸਵਾਨ ਸ਼ਿਕਾਰੀ ਕੁੱਤੇ, ਫਿਰ ਬਾਜ ਅਤੇ ਸ਼ਿਕਰੇ, ਇਹ ਵੀ ਇੱਕ ਬਾਜ ਦੀ ਕਿਸਮ ਹੈ, ਸ਼ਿਕਾਰੀ ਪੰਛੀ ਹੁੰਦਾ ਸ਼ਿਕਰਾ। ਵਿਸਾਲ ਬਹੁਤੇ, ਇਹ ਵੀ ਗੁਰਾਂ ਦੇ ਨਾਲ ਜਾਂਦੇ। ਮ੍ਰਿਗ ਖੋਜ ਖੋਜ ਕਰ ਅੰਤ ਕਾਲ, ਤੇ ਮ੍ਰਿਗ ਨਾਮ ਹਿਰਨਾਂ ਨੂੰ ਜੰਗਲ ਦੇ ਵਿੱਚੋਂ ਹਿਰਨ ਖੋਜ ਖੋਜ ਕੇ ਤੇ ਜਿਹੜੇ ਸੁਬਟ ਸੂਰਮੇ ਨਾਲ ਜਾਂਦੇ ਉਹ ਮ੍ਰਿਗ ਹਿਰਨਾਂ ਦਾ ਕਾਲ ਕਰਦੇ, ਹਿਰਨਾਂ ਦਾ ਨਾਸ ਕਰਦੇ, ਹਿਰਨਾਂ ਦਾ ਸ਼ਿਕਾਰ ਕਰਦੇ। ਪਰਖੰਤ ਸ਼ਸਤਰ ਵਿਦਿਆ ਸਬੀਰ, ਸਬੀਰ ਜਿਹੜੇ ਸਹਿਤ ਵੀਰਤਾ ਸੂਰਮਤਾ ਸੰਯੁਗਤ ਹਨ ਉਹ ਆਪਣੀ ਸ਼ਸਤਰ ਵਿਦਿਆ ਪਰਖਦੇ ਹੈ, ਅਥਵਾ ਸਤਿਗੁਰੂ ਜੀ ਨਾਲ ਦੇ ਸੁਬਟ ਸੂਰਮਿਆਂ ਦੀ ਸ਼ਸਤਰ ਵਿਦਿਆ ਪਰਖਦੇ ਹੈ ਸ਼ਿਕਾਰ ਖਿਲਾ ਕੇ। ਹੱਥ ਕਰ ਤੁਫੰਗ ਤਜ ਧਨੁਖ ਤੀਰ, ਕੋਈ ਤੁਫੰਗ ਬੰਦੂਕ ਚਲਾ ਕੇ ਗੋਲੀ ਨਾਲ ਸ਼ਿਕਾਰ ਖੇਡਦਾ ਤੇ ਕੋਈ ਤਜ ਧਨਖ ਤੀਰ ਹੱਥ ਦੇ ਵਿੱਚ ਧਨਖ ਪਕੜ ਕੇ ਤੇ ਪ੍ਰਤਿਅੰਚਾ ਦੇ ਵਿੱਚ ਤੀਰ ਦੀ ਬਾਂਗਰ ਜੋੜ ਕੇ ਤੇ ਕੋਈ ਤੀਰ ਚਲਾ ਕੇ ਸ਼ਿਕਾਰ ਖੇਲਦਾ। ਤੋਮਰ ਪ੍ਰਹਾਰ ਹੈ ਕੋ ਫੰਦਾਏ, ਕੋਈ ਤੋਮਰ ਨਾਮ ਬਰਸ਼ੇ ਪ੍ਰਹਾਰ ਮਾਰਦੇ, ਕੋਈ ਬਰਸ਼ਿਆਂ ਨਾਲ ਸ਼ਿਕਾਰ ਖੇਡਦੇ ਹੈ ਕੋ ਫੰਦਾਏ, ਘੋੜਿਆਂ ਨੂੰ ਫੰਦਾ ਕੇ ਟਪਾ ਕੇ। ਜਿਵੇਂ
ਮਹੱਲਿਆਂ ਤੇ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਮਹੱਲਾ ਖੇਡਦੀਆਂ ਤੇ ਮਹੱਲੇ ਵਾਲੇ ਮੈਦਾਨ ਦੇ ਵਿੱਚ ਕਿੱਲੇ ਗੱਡਦੇ ਸਿੰਘ ਤੇ ਫਿਰ ਘੋੜੇ ਨੂੰ ਦੜਾ ਕੇ ਬਰਸ਼ੇ ਦੇ ਨਾਲ ਕਿੱਲੇ ਪੁੱਟਦੇ। ਸੋ ਇਹ ਕਵਾਇਦ ਵਿਦਿਆ ਇਸ ਨੂੰ ਕਹਿੰਦੇ ਹਨ। ਸੋ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣੇ ਸੂਰਮਿਆਂ ਦੀ ਇਹ ਕਵਾਇਦ ਵਿਦਿਆ ਨੂੰ ਪਰਖਦੇ ਆ। ਇਹ ਜਿਹੜੇ ਸੁਭਟ ਸੂਰਮੇ ਬਰਸ਼ੇ ਚਲਾਉਣੇ ਜਾਣਦੇ ਆ, ਉਹ ਘੋੜਿਆਂ ਤੇ ਸਵਾਰ ਘੋੜਿਆਂ ਨੂੰ ਦੜਾ ਕੇ ਨੱਠੇ ਜਾਂਦੇ ਹਿਰਨ ਨੂੰ ਬਰਸ਼ਿਆਂ ਦੇ ਵਿੱਚ ਪਰੋ ਦਿੰਦੇ ਆ। ਉਹ ਕਰਹਿ ਤੇਜ ਬਹੁ ਦੂਰ ਧਾਏ। ਤੇ ਕੋਈ ਕਰਹਿ ਤੇਜ, ਘੋੜਿਆਂ ਨੂੰ ਤੇਜ ਕਰਦੇ ਆ, ਘੋੜਿਆਂ ਨੂੰ ਦੜਾਉਂਦੇ ਆ ਤੇ ਬਹੁਤ ਦੂਰ ਧਾਏ, ਦੂਰ ਤੱਕ ਘੋੜਿਆਂ ਨੂੰ ਦੜਾ ਕੇ ਜਾਂਦੇ ਆ। ਮਰਦੰਤ ਬਿਪਨ ਫਿਰ ਕਰ ਮਹਾਨ। ਤੇ ਵਿਪਨ ਨਾਮ ਜੰਗਲ ਦੇ ਵਿੱਚ ਇਉਂ ਵਿਚਰਦਿਆਂ ਹੋਇਆਂ ਜਿਹੜੇ ਹਿਰਨ ਆਦਿ ਜੰਗਲ ਦੇ ਜੀਵ ਹਨ, ਉਹਨਾਂ ਨੂੰ ਮਰਦੰਤ ਮਲਦੇ ਹਨ, ਅਥਵਾ ਵਿਪਨ ਜੰਗਲ ਨੂੰ ਮਰਦੰਤ ਨਾਮ ਗਾਉਂਦੇ ਹਨ, ਭਾਵ ਜੰਗਲ ਵਿੱਚ ਘੁੰਮਦੇ ਐ। ਛੁਟੇ ਅੰਤ ਬਾਜ ਪੰਛੀ ਨਹਾਨ। ਕਿਧਰੇ ਸਤਿਗੁਰੂ ਜੀ ਹੁਕਮ ਕਰਕੇ ਤੇ ਬਾਜ ਸ਼ਿਕਰੇ ਇਹਨਾਂ ਪੰਛੀਆਂ ਨੂੰ ਛੱਡਦੇ ਐ, ਤਾਂ ਕਿ ਜੋ ਇਹ ਕਬੂਤਰ ਆਦਿ ਜਾਂ ਹੋਰ ਉੱਡਣ ਵਾਲੇ ਜਿਹੜੇ अन्य ਬਾਕੀ ਪੰਛੀ ਹਨ, ਉਹਨਾਂ ਦਾ ਸ਼ਿਕਾਰ ਕਰਦੇ ਐ। ਬਾਜ ਆਦਿ ਸ਼ਿਕਰੇ ਜਿਹੜੇ ਸ਼ਿਕਾਰੀ ਪੰਛੀ ਐ। ਇਮ ਪਿਖੈ ਤਮਾਸ਼ੇ ਕਿਤਕ ਕਾਲ। ਇਸ ਤਰ੍ਹਾਂ ਕਿਤਨਾ ਕੁ ਕਾਲ, ਕਿਤਨਾ ਕੁ ਸਮਾਂ ਸਤਿਗੁਰੂ ਜੀ ਤਮਾਸ਼ਾ ਵੇਖਦੇ ਐ, ਭਾਵ ਸ਼ਿਕਾਰ ਖੇਲਦੇ ਅਥਵਾ ਸਿੱਖਾਂ ਨੂੰ ਖਿਲਾਉਂਦੇ ਐ। ਵਿਚਰੰਤ ਗੁਰੂ ਫਿਰ ਕਰ ਵਿਸਾਲ। ਬਹੁਤ ਵਿਚਰਦੇ ਹਨ ਜੰਗਲ ਦੇ ਵਿੱਚ ਧੰਨ ਕਲਗੀਧਰ ਪਾਤਸ਼ਾਹ। ਭੋਰਨ ਨਚਾਏ ਮੋਰਨ ਮਨਿੰਦ। ਫਿਰ ਘੋੜਿਆਂ ਨੂੰ ਇਸ ਤਰ੍ਹਾਂ ਨਚਾਉਂਦੇ ਹੈ ਗੁਰੂ ਕੇ ਸਿੰਘ, ਜਿਸ ਤਰ੍ਹਾਂ ਮੋਰ ਨੱਚਦੇ ਹੈ। ਕਾਲੀਆਂ ਘਟਾਵਾਂ ਨੂੰ ਵੇਖ ਕੇ ਜਿਵੇਂ ਮੋਰ ਨੱਚਦੇ ਹੈ, ਇਸ ਤਰ੍ਹਾਂ ਘੋੜਿਆਂ ਨੂੰ ਸਿੰਘ ਨਚਾਉਂਦੇ ਹੈ। ਛੋਰਨ ਤੁਫੰਗ ਤੋਰਨ ਮਿਰਗਿੰਦ। ਫਿਰ ਬੰਦੂਕਾਂ ਸ਼ੋਰਤ ਨਾਮ ਛੱਡਦੇ ਆ, ਬੰਦੂਕਾਂ ਚਲਾਉਂਦੇ ਆ ਤੇ ਤੋਰਨ ਮਰਗਿੰਦ। ਤੋਰਨ ਨਾਮ ਤੋੜਨ ਦਾ ਵਾਚਕ ਹੈ, ਅਰਥਾਤ ਮਾਰਨ ਦਾ, ਨਾਸ ਕਰਨ ਦਾ। ਜਿਹੜੇ ਮਰਗਿੰਦ ਸ਼ੇਰ ਜੰਗਲ ਦੇ ਵਿੱਚ ਮਿਲਦੇ, ਉਹਨਾਂ ਸ਼ੇਰਾਂ ਦਾ ਸ਼ਿਕਾਰ ਖੇਡਦੇ। ਅਥਵਾ ਤੋਰਨ ਨਾਮ ਟੋਲਣ ਦਾ ਵੀ ਹੈ, ਲੱਭਣ ਦਾ ਵੀ ਹੈ। ਸੋ ਇਸ ਤਰ੍ਹਾਂ ਬੰਦੂਕਾਂ ਚਲਾ ਕੇ ਜੰਗਲ ਦੇ ਵਿੱਚੋਂ ਸ਼ੇਰ ਲੱਭਦੇ ਹੈ। ਛੋਰਨ ਸਿਚਾਨ ਡੋਰਨ ਨਿਕਾਰ। ਜਿਹੜੇ ਸਿਚਾਨ ਬਾਜ ਆਦਿ ਪੰਛੀ ਹੈ ਸ਼ਿਕਾਰੀ, ਉਹਨਾਂ ਦੀਆਂ ਡੋਰਾਂ ਕੱਢ ਕੇ ਤੇ ਉਹਨਾਂ ਨੂੰ ਫਿਰ ਸ਼ੋਰਨ ਛੱਡਦੇ ਆ ਪੰਛੀਆਂ ਦੇ ਮਗਰ। ਦੌਰਨ ਪਿਸ਼ਾਰ ਓਰਨ ਨਿਹਾਰ। ਤੇ ਦੌਰਨ ਪਿਸ਼ਾਰ, ਪਿੱਛੇ ਪਿੱਛੇ ਮੀਰ ਸ਼ਿਕਾਰ ਦੌੜੇ ਜਾਂਦੇ। ਜਿਸ ਵੇਲੇ ਬਾਜ ਪੰਛੀ ਦਾ ਪਿੱਛਾ ਕਰਦਾ ਉੱਡਦਾ ਜਾਂਦਾ ਤੇ ਮੀਰ ਸ਼ਿਕਾਰ ਜਿਹੜੇ ਹੈ ਉਹ ਬਾਜ ਦੇ ਮਗਰ ਮਗਰ ਨੱਠੇ ਜਾਂਦੇ ਆ ਕਿ ਬਾਜ ਕਿੱਧਰ ਨੂੰ ਜਾਂਦਾ, ਗਵਾਚ ਨਾ ਜਾਵੇ। ਸ਼ੋਰਨ ਮਚਾਏ ਹੋਰਨ ਡਰਾਏ। ਹੋਰਾਂ ਨੂੰ ਡਰਾਉਂਦੇ ਐ ਸ਼ੋਰ ਮਚਾ ਕੇ। ਗੋਰਨ ਚਲਾਏ ਹੋਰਨ ਮਿਰਗਾਏ। ਫਿਰ ਗੋਰਨ ਨਾਮ ਗੋਲੀਆਂ ਚਲਾ ਕੇ ਤੇ ਮਿਰਗਾਏ, ਮਿਰਗ ਹਿਰਨ ਆਦਿ ਇਹਨਾਂ ਨੂੰ ਫੋਰਨ ਨਾਮ ਫੋੜਦੇ ਐ, ਭਾਵ ਮਿਰਗਾਂ ਦਾ ਸ਼ਿਕਾਰ ਕਰਦੇ ਐ। ਵਿਚਰੰਤ ਵਿਪਨ ਨਿਕਸੰਤ ਸ਼ੇਰ। ਇਸ ਤਰ੍ਹਾਂ ਵਿਪਨ ਜੰਗਲ ਦੇ ਵਿੱਚ ਵਿਚਰਦੇ ਹਨ ਤੇ ਜਿਸ ਵੇਲੇ ਸ਼ੇਰ ਨਿਕਲਦਾ ਹੈ ਜੰਗਲ ਦੇ ਵਿੱਚੋਂ, ਹੱਥ ਦੀਨ ਕਿਤਕ ਨਹਿ ਲਗਤ ਦੇਰ। ਫਿਰ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੇਰੀ ਨਹੀਂ ਲੱਗਣ ਦਿੰਦੇ।
ਜਦ ਸ਼ੇਰ ਨਿਕਲਦਾ ਹੈ ਤੇ ਸਵੈਮ ਆਪ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ਼ੇਰ ਦਾ ਸ਼ਿਕਾਰ ਕਰਦੇ ਹੈ। ਸ਼ੂਕਰ ਪ੍ਰਹਾਰ ਅਰ ਅਨਕਰੀਸ਼। ਫਿਰ ਸਤਿਗੁਰਾਂ ਦੇ ਨਾਲ ਦੇ ਜਿਹੜੇ ਸਿੱਖ ਹੈ, ਸੂਰਮੇ ਹੈ, ਉਹ ਵੀ ਸੂਰਾਂ ਦਾ ਸ਼ਿਕਾਰ ਕਰਦੇ ਹੈ ਤੇ ਰਿੱਛਾਂ ਦਾ ਸ਼ਿਕਾਰ ਕਰਦੇ ਹੈ। ਚੰਖਾਰ ਰੋਜ ਸ਼ਸਤਰੈਨ ਤੀਸ਼। ਫਿਰ ਚੰਖਾਰ ਨਾਮ 12 ਸਿੰਘਿਆਂ ਦਾ, ਰੋਜ਼ ਨਾਮ ਨੀਲ ਗਾਈਆਂ ਦਾ, ਸ਼ਸਤਰੈਨ ਤੀਸ਼, ਇਹ ਤਿੱਖੇ ਸ਼ਸਤਰਾਂ ਦੇ ਨਾਲ ਸੂਰਮੇ ਜੰਗਲ ਦੇ ਜੀਵਾਂ ਦਾ ਸ਼ਿਕਾਰ ਕਰਦੇ ਹੈ। ਹਰਖੰਤ ਸਹਿਤ ਸੈਨਾ ਕਿਰਪਾਲ। ਕਿਰਪਾਲੂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸੈਨਾ ਦੇ ਸੰਯੁਗਤ ਬਹੁਤ ਹਰਖੰਤ ਪ੍ਰਸੰਨ ਹੁੰਦੇ ਹਨ, ਖੁਸ਼ ਹੁੰਦੇ ਹੈ। ਏਮਕਾਰ ਅਖੇਰ ਹੱਥ ਮ੍ਰਿਗਨ ਜਾਲ। ਇਸ ਤਰ੍ਹਾਂ ਅਨੇਕਾਂ ਹੀ ਹਿਰਨਾਂ ਦਾ ਸ਼ਿਕਾਰ ਕਰਦਿਆਂ ਹੋਇਆਂ, ਹੋਰ ਜੰਗਲੀ ਜੀਵਾਂ ਦਾ ਸ਼ਿਕਾਰ ਕਰਦਿਆਂ ਹੋਇਆਂ ਸਤਿਗੁਰੂ ਜੀ ਧੌਂਸਾ ਬਜੰਤ ਨਿਜਪੁਰ ਆਨੰਦ। ਤੇ ਧੌਂਸਾ ਵਜਾਉਂਦਿਆਂ ਹੋਇਆਂ, ਨਗਾਰਾ ਵਜਾਉਂਦਿਆਂ ਹੋਇਆਂ ਆਪਣੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵੱਲ ਨੂੰ ਵਾਪਸ ਮੁੜਦੇ। ਰਣਜੀਤ ਨਗਾਰੇ ਤੇ ਦੋਹਰੀਆਂ ਚੋਬਾਂ ਲਗਵਾ ਕੇ ਪਾਤਸ਼ਾਹ ਸ਼ਿਕਾਰ ਖੇਲਣ ਉਪਰੰਤ ਫਿਰ ਅਨੰਦਪੁਰ ਸਾਹਿਬ ਨਗਰੀ ਨੂੰ ਵਾਪਸ ਮੁੜਦੇ। ਆਗਮਨ ਕਰਤ ਪੇਖ ਨਰ ਆਨੰਦ। ਤੇ ਜਿਸ ਵੇਲੇ ਸਤਿਗੁਰੂ ਜੀ ਵਾਪਸ ਆਉਂਦੇ ਤੇ ਮਾਰਗ ਵਿੱਚ ਸਿੱਖ ਸੰਗਤਾਂ ਦਰਸ਼ਨ ਕਰਕੇ ਆਨੰਦ ਪ੍ਰਸੰਨ ਹੁੰਦੀਆਂ। ਮੰਗਲ ਰਚੰਤ ਬਹੁ ਬਿਧ ਪ੍ਰਕਾਰ। ਅਨੇਕ ਹੀ ਤਰ੍ਹਾਂ ਦੇ ਮੰਗਲ ਰਚਦੀਆਂ ਸੰਗਤਾਂ ਗੁਰਾਂ ਦੀ ਆਗਮਨ ਦੀ ਖੁਸ਼ੀ ਮਨਾਉਂਦੀਆਂ। ਅੰਜੁਲ ਸੋ ਫੂਲ ਭਰ ਭਰਤ ਡਾਰ। ਫੁੱਲਾਂ ਦੇ ਬੁੱਕ ਭਰ ਭਰ ਕੇ ਸੰਗਤਾਂ ਸਤਿਗੁਰਾਂ ਦੇ ਉੱਪਰੋਂ ਦੀ ਵਰਖਾ ਕਰਦੀਆਂ। ਧੂਪਨ ਤੁਖਾਏ ਬੰਦਨ ਕਰੰਤ। ਧੂਫ ਤੁਖਾਉਂਦੇ ਹੈ ਗੁਰਸਿੱਖ, ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਦੇ ਹਨ, ਨਮਸਕਾਰਾਂ ਕਰਦੇ ਹੈ। ਬਲਿਹਾਰ ਹੋਤ ਹਰਖੰਤ ਸੰਤ। ਇਹ ਬਲਿਹਾਰ ਹੋਤ, ਸਤਿਗੁਰਾਂ ਤੋਂ ਬਲਿਹਾਰ ਜਾਂਦੇ ਜਿਹੜੇ ਸੰਤ ਬਿਰਤੀ ਵਾਲੇ, ਸ਼ਾਂਤ ਆਤਮਾ ਵਾਲੇ, ਸ਼ਾਂਤ ਸੁਭਾਅ ਵਾਲੇ ਜਿਹੜੇ ਗੁਰਮੁਖ ਗੁਰਸਿੱਖ ਸੰਤ ਹਨ, ਗੁਰਾਂ ਦੇ ਆਗਮਨ ਤੋਂ ਬਲਿਹਾਰ ਜਾਂਦੇ ਤੇ ਬੜੇ ਪ੍ਰਸੰਨ ਹੁੰਦੇ ਗੁਰਾਂ ਦੇ ਦੀਦਾਰ ਕਰਕੇ, ਦਰਸ਼ਨ ਕਰਕੇ। ਕਬ ਚੜ ਤੁਰੰਗ ਕਬ ਹੋ ਮਤੰਗ। ਕਦੇ ਸਤਿਗੁਰੂ ਜੀ ਤੁਰੰਗ ਘੋੜੇ ਤੇ ਸਵਾਰ ਹੋ ਕੇ ਜਾਂਦੇ ਤੇ ਕਦੇ ਮਤੰਗ, ਕਦੇ ਹਾਥੀ ਤੇ ਸਵਾਰੀ ਕਰਦੇ। ਕਬ ਤਾਜ ਖਤੰਗ ਕਬ ਹੋ ਤੁਫੰਗ। ਤੇ ਕਦੇ ਸਤਿਗੁਰੂ ਜੀ ਖਤੰਗ ਤੀਰ ਚਲਾਉਂਦੇ ਤੇ ਕਦੇ ਤੁਫੰਗ ਬੰਦੂਕ ਚਲਾਉਂਦੇ। ਕਬ ਫਿਰਤ ਸੈਲ ਮਹਿ ਕਰਤ ਸੈਲ। ਕਦੇ ਸਤਿਗੁਰੂ ਜੀ ਸੈਲ ਪਹਾੜਾਂ ਦੇ ਵਿੱਚ ਵਿਚਰਦੇ ਹੋਏ ਸੈਲ ਨਾਮ ਸੈਰ ਕਰਦੇ। ਕਬ ਬਿਪਨ ਬਿਖੈ ਵਿਚਰੈ ਸੋ ਗੈਲ। ਕਦੇ ਸਤਿਗੁਰੂ ਜੀ ਵਿਪਨ ਜੰਗਲ ਦੇ ਵਿੱਚ, ਜੰਗਲ ਦੇ ਗੈਲ ਮਾਰਗ ਰਸਤੇ ਵਿੱਚ ਵਿਚਰਦੇ। ਕਬੇਤ ਹੰਜਰ ਤੁਫੰਗ ਜਮ ਧਰ ਜੰਗ ਜਾਲਮੀਕ। ਕਵੀ ਸੰਤੋਖ ਸਿੰਘ ਜੀ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਸ਼ਿਕਾਰ ਚੜ੍ਹਨ ਦੀ ਮਨੋਰੀ ਮੂਰਤ ਜਿਹੜੀ ਹੈ, ਸਤਿਗੁਰਾਂ ਦੇ ਸ਼ਿਕਾਰ ਖੇਲਣ ਚੜ੍ਹਾਈ ਕਰਨ ਦਾ ਜਿਹੜਾ ਰੂਪ ਹੈ, ਉਹ ਇਸ ਤਰ੍ਹਾਂ ਖਿੱਚਦੇ ਹੋਏ ਬਿਆਨ ਕਰਦੇ ਹੈ ਕਿ ਖੰਜਰ, ਤੁਫੰਗ, ਜਮਦਰ, ਇਹ ਜਿਹੜੇ ਸ਼ਸਤਰ ਹਨ, ਜਮਦਾੜ, ਬੰਦੂਕ ਅਤੇ ਪੇਚ ਕਬਜ਼ ਆਦ, ਜੰਗ ਜਾਲਮੀਕ, ਜਿਹੜੇ ਜੰਗ ਦੇ ਵਿੱਚ ਜਿਹੜੇ ਬੜੇ
ਜ਼ਾਲਮ ਹਨ, ਜੰਗ ਦੇ ਵਿੱਚ ਸ਼ਤਰੂ ਦਾ ਵਿਨਾਸ਼ ਕਰ ਦੇਣ ਵਾਲੇ। ਐਸੇ ਸ਼ਸਤਰ ਸਤਿਗੁਰੂ ਜੀ ਆਪਣੇ ਕਮਰ ਕਸੇ ਦੇ ਨਾਲ ਤਥਾ ਆਪਣੇ ਗਾਤਰੇ ਧਾਰਨ ਕਰਦੇ ਐ। ज्वाला जाल जागती जम्बूरन जंजैल की। ਤੇ ਜਵਾਲਾ ਜਾਲ ਜਾਗਤੀ, ਜਿਹੜੀਆਂ ਜਮੂਰੇ ਅਤੇ ਤੋਪਾਂ, ਛੋਟੀਆਂ ਤੋਪਾਂ ਤੇ ਵੱਡੀਆਂ ਤੋਪਾਂ, ਐਸੀਆਂ ਤੋਪਾਂ ਦੇ ਵਿੱਚੋਂ ਜਵਾਲ ਅਗਨੀ ਜਿਹੜੀ ਉਗਲਦੀਆਂ ਹਨਗੀਆਂ, ਜਿਨ੍ਹਾਂ ਵਿੱਚੋਂ ਅੱਗ ਉਗਲਦੀ ਹੈ, ਐਸੀਆਂ ਤੋਪਾਂ ਵੀ ਪਾਤਸ਼ਾਹ ਨਾਲ ਖੜਦੇ। चकर बकर चंद्रहास चारों देश चमकत। ਫਿਰ ਚੱਕਰ ਗੋਲਾਕਾਰ ਤੇ ਬੱਕਰ ਟੇਢੀ, ਚੱਕਰ ਗੋਲਾਕਾਰ ਦੀ ਨਿਆਏ ਤੇ ਬੱਕਰ ਟੇਢੀ ਮੇਢੀ, ਜਿਹੜੀ ਚੰਦਰਹਾਸ ਤਲਵਾਰ ਹੈ, ਚਾਰੋਂ ਦੇਸ ਚਮਕਤ। ਕਲਗੀਆਂ ਵਾਲੇ ਪਾਤਸ਼ਾਹ ਦੇ ਚਾਰ ਚੁਫੇਰੇ ਚਮਕਦੀ ਹੈ ਤਲਵਾਰ, ਜਦ ਘੁਮਾਉਂਦੇ ਹੈ ਤਲਵਾਰ, ਕਦੇ ਗੋਲਾਕਾਰ ਚੱਕਰ ਵਾਂਗੂ ਤੇ ਕਦੇ ਬੱਕਰ ਟੇਢੀ ਪਾਤਸ਼ਾਹ ਘੁਮਾਉਂਦੇ ਹੈ। श्री गोविंद सिंह की चढ़ाई खेल पहल की। ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਇਹ ਸ਼ਿਕਾਰ ਖੇਲਣ ਦੀ ਚੜ੍ਹਾਈ ਵੀ ਜਿਹੜੀ ਹੈ ਨਾ, ਉਹ ਸ਼ਤਰੂਆਂ ਨੂੰ ਭੈ ਭੀਤ ਕਰ ਦਿੰਦੀ ਹੈ। ਧੰਨ ਕਲਗੀਧਰ ਪਾਤਸ਼ਾਹ ਹਲੇ ਜੰਗ ਨੂੰ ਚੜ੍ਹਾਈ ਨਹੀਂ ਕਰ ਰਹੇ, ਹਲੇ ਸ਼ਿਕਾਰ ਖੇਲਣ ਹੀ ਚੜ੍ਹਦੇ ਐ। ਨਾਲ ਹਾਥੀ ਵੀ, ਘੋੜੇ ਵੀ ਪਾਤਸ਼ਾਹ ਲੈ ਕੇ ਜਾਂਦੇ, ਨਾਲ ਮੀਰ ਸ਼ਿਕਾਰ ਸਤਿਗੁਰਾਂ ਦੇ ਜਾਂਦੇ, ਸ਼ਸਤਰਾਂ ਬਸਤਰਾਂ ਦੇ ਨਾਲ ਸੁਸੱਜਤ ਸਤਿਗੁਰਾਂ ਦੀ ਫੌਜ, ਸਵਟ ਸੂਰਮੇ ਨਾਲ ਜਾਂਦੇ। ਇਹ ਕਲਗੀਆਂ ਵਾਲੇ ਪਾਤਸ਼ਾਹ ਆਪ ਸ਼ਸਤਰਾਂ ਬਸਤਰਾਂ ਦੇ ਨਾਲ ਸਨੱਧ ਬੱਧ ਹੋ ਕੇ, ਤਿਆਰ ਬਰ ਤਿਆਰ ਹੋ ਕੇ ਇਉਂ ਸ਼ਿਕਾਰ ਖੇਲਣ ਨੂੰ ਚੜ੍ਹਦੇ, ਨਾਲ ਨਗਾਰੇ ਵੱਜਦੇ ਹੋਏ ਜਾਂਦੇ, ਨਿਸ਼ਾਨਚੀ ਸਤਿਗੁਰਾਂ ਦੇ ਨਾਲ ਜਾਂਦੇ। ਹਾਲੇ ਇਹ ਚੜ੍ਹਾਈ ਸ਼ਿਕਾਰ ਖੇਲਣ ਜਾਣ ਦੀ ਹੈ, ਜੰਗ ਦੀ ਨਹੀਂ। ਤੇ ਸ਼ਿਕਾਰ ਖੇਲਣ ਜਾਣ ਦੀ ਚੜ੍ਹਾਈ ਵੀ ਸ਼ਤਰੂਆਂ ਨੂੰ ਪਹਿਲ ਕੀ ਭੈ ਭੀਤ ਕਰ ਦਿੰਦੀ ਹੈ, ਸ਼ਤਰੂ ਭੈ ਭੀਤ ਹੋ ਜਾਂਦੇ ਹੈ। धरा पर पौर आर अंबर की और गत। ਤੇ ਧਰਤੀ ਦੇ ਉੱਤੇ ਜਦੋਂ ਘੋੜਿਆਂ ਦੇ ਪੈਰ, ਹਾਥੀਆਂ ਦੇ ਪੈਰ, ਪੈਦਲ ਸੈਨਾ ਦੇ ਪੈਰ ਪੈਂਦੇ ਆ, ਤੇ ਅੰਬਰ ਕੀ ਔਰ ਗਤ, ਆਕਾਸ਼ ਦੀ ਗਤੀ ਹੋਰ ਹੀ ਹੋ ਜਾਂਦੀ ਹੈ। अंधकार धुंध जिम छाई धूर गैल की। ਤੇ ਇਸ ਤਰ੍ਹਾਂ ਆਕਾਸ਼ ਵਿੱਚ ਅੰਧਕਾਰ ਧੁੰਦ ਦੀ ਨਿਆਈ ਪਸਰ ਜਾਂਦਾ ਹੈ, ਮਾਨੋ ਕਿ ਜਿਸ ਤਰ੍ਹਾਂ ਧੁੰਦ ਪਈ ਹੋਈ ਹੋਵੇ। ਧੂਰ ਗੈਲ ਕੀ, ਗੈਲ ਰਸਤੇ ਦੀ ਜਿਹੜੀ ਧੂੜ ਹੈ, ਉਹ ਉੱਡ ਕੇ ਆਕਾਸ਼ ਵਿੱਚ ਛਾ ਜਾਂਦੀ ਹੈ ਤੇ ਆਕਾਸ਼ ਅੰਧ ਧੁੰਦ ਹੋ ਜਾਂਦਾ ਹੈ। ਧੌਂਸੇ ਧੁੰਕ ਫੈਲਤੇ ਪਹਿਲ ਕੀ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਧੌਂਸੇ ਧੁੰਕ ਫੈਲਤੇ, ਧੌਂਸੇ ਰਣਜੀਤ ਨਗਾਰੇ ਦੀ ਧੁੰਕ ਜਿਹੜੀ ਧੁਨੀ ਹੈ, ਆਵਾਜ਼ ਹੈ, ਉਹ ਪਹਾੜਾਂ ਦੇ ਵਿੱਚ ਫੈਲ ਜਾਂਦੀ ਹੈ ਤੇ ਫੈਲਣ ਤੋਂ ਪਹਿਲ ਮਾਨੋ ਪਹਿਲੋਂ ਹੀ ਐਲ ਕਰੇ ਸੈਲ ਪਤ ਸੁਨੈ ਧੁਨ ਸੈਲ ਕੀ। ਜਿਸ ਵੇਲੇ ਇਹ ਪਹਾੜੀ ਰਾਜੇ ਜਿਹੜੇ ਹਨ, ਸੁਣੈ ਧੁਨ ਸੈਲ ਕੀ, ਸਤਿਗੁਰਾਂ ਦੇ ਇਸ ਤਰ੍ਹਾਂ ਸੈਰ ਕਰਨ ਦੀ, ਸ਼ਿਕਾਰ ਖੇਲਣ ਚੜਨ ਦੀ ਧੁਨੀ ਨੂੰ ਸੁਣਦੇ ਆ ਨਾ, ਤੇ ਸੁਣਨ ਤੋਂ ਪਹਿਲਾਂ ਹੀ ਐਲ ਕਰੇ ਰੌਲਾ ਪਾਉਣ ਲੱਗ ਪੈਂਦੇ ਭੈ ਭੀਤ ਹੋ ਕੇ। ਪਹਾੜੀ ਰਾਜੇ ਜਿਹੜੇ ਐ, ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਸ਼ਿਕਾਰ ਨੂੰ ਜਿਸ ਵੇਲੇ ਚੜ੍ਹਾਈ ਹੁੰਦੀ ਹੈ, ਪਾਤਸ਼ਾਹ ਸ਼ਿਕਾਰ ਖੇਲਣ ਚੜ੍ਹਦੇ, ਰਣਜੀਤ ਨਗਾਰਾ ਵੱਜਦਾ ਹੈ ਤੇ ਪਹਾੜਾਂ ਵਿੱਚੋਂ ਉੱਠਦੀ ਗੂੰਜ ਇਹ ਪਹਾੜੀ ਰਾਜਿਆਂ ਨੂੰ ਭੈ ਭੀਤ ਕਰ ਦਿੰਦੀ ਹੈ। ਪਹਾੜੀ ਰਾਜੇ ਡਰ ਨਾਲ ਕੰਬਦੇ ਹੋਏ ਫਿਰ ਐਲ ਕਰੇ ਰੌਲਾ ਪਾਉਂਦੇ, ਭੈ ਭੀਤ ਹੋ ਜਾਂਦੇ ਆ। ਇਉਂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ਼ਿਕਾਰ ਖੇਲਣ ਚੜ੍ਹਦੇ ਆ। ਗੁਰਾਂ ਦਾ ਸ਼ਿਕਾਰ ਖੇਲਣ ਦਾ ਵੀ ਜੋ ਜਲਾਲ ਅਦੁੱਤੀ ਹੈ। ਐਸਾ ਜੋ ਜਲਾਲ ਸਮਰਾਟਾਂ ਦੇ ਸਮਰਾਟ ਵੀ ਇਸ ਤਰ੍ਹਾਂ ਸ਼ਿਕਾਰ ਖੇਲਣ ਨਹੀਂ ਚੜ੍ਹਦੇ ਜਿਵੇਂ ਧੰਨ ਕਲਗੀਧਰ ਪਾਤਸ਼ਾਹ
ਇਹ ਕਹਿਲੂਰ ਦੂਣ ਦੀਆਂ ਪਹਾੜੀਆਂ ਦੇ ਵਿੱਚ ਇਹ ਜਿਹੜੀਆਂ ਆਨੰਦਪੁਰ ਸਾਹਿਬ ਨਗਰੀ ਦੀਆਂ ਪਹਾੜੀਆਂ ਹਨ, ਇਹਨਾਂ ਦੇ ਵਿੱਚ ਸ਼ਿਕਾਰ ਖੇਲਣ ਚੜ੍ਹਦੇ ਆ। ਗੁਰੂ ਪਿਆਰਿਓ, ਧੰਨ ਹੋ ਆਪ ਵੀ ਜੋ ਇਸ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਭੂਮੀ ਸ੍ਰੀ ਆਨੰਦਪੁਰ ਸਾਹਿਬ ਨਗਰੀ ਦੇ ਵਿੱਚ ਰਹਿ ਰਹੇ ਹੋ। ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਭੂਮੀ ਹੈ, ਤੇ ਜਿੱਥੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਵਿਚਰਦੇ ਰਹੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਗੁਰਸਿੱਖ ਇੱਥੇ ਵਿਚਰਦੇ ਵੀ ਰਹੇ, ਤੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਦੇ ਇੱਥੇ ਜਰੇ ਜਰੇ ਦੇ ਵਿੱਚ ਸ਼ਹੀਦਾਂ ਦੇ ਜਿਹੜੇ ਰਕਤ ਹੈ ਉਹ ਡੁੱਲੇ ਹੋਏ, ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ। ਇਹ ਭੂਮੀ ਆਨੰਦਪੁਰ ਸਾਹਿਬ ਨਗਰੀ ਪੂਜਨੀय ਹੈ, ਸਤਿਕਾਰਯੋਗ ਹੈ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਬਾਰਕ ਚਰਨ ਵਿਚਰਦੇ ਰਹੇ ਹਨ। ਸੋ ਇਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਨਗਰੀ ਅੰਦਰ ਜੋ ਜਲਾਲ ਸੰਯੁਗਤ ਵਿਚਰਦੇ ਹਨ। ਸੋ ਗੁਰੂ ਰੂਪ ਸਾਧ ਸੰਗਤ ਲੜੀਵਾਰ ਕਥਾ ਵਿਚਾਰ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਨਾਲ ਹੀ ਆਪ ਸੰਗਤਾਂ ਦੇ ਹਿਰਦੇ ਅੰਦਰ ਗਿਆਤ ਹੋਵੇ ਕਿ ਅੱਜ ਭੱਲਿਆਂ ਦੇ ਸਿਰਮੌਰ, ਸੇਵਾ ਦੇ ਪੁੰਜ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸਤਿਗੁਰਾਂ ਦਾ ਅਵਤਾਰ ਪੁਰਬ ਦਿਹਾੜਾ ਆਇਆ ਹੈ। 1526 ਬਿਕਰਮੀ ਵੈਸਾਖ ਸੁਦੀ 14 ਵਾਲੇ ਦਿਨ ਬਾਸਕੇ ਨਗਰੀ ਨੂੰ ਭਾਗ ਲਾਉਂਦਿਆਂ ਹੋਇਆਂ ਬਾਬਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਜੀ ਦੀ ਕੁੱਖੋਂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸਤਿਗੁਰਾਂ ਨੇ ਅੱਜ ਦੇ ਦਿਨ ਅਵਤਾਰ ਧਾਰਨ ਕੀਤਾ। ਗੁਰੂ ਰੂਪ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੀ ਮਹਿਮਾ ਵਰਣਨ ਤੋਂ ਬਾਹਰ ਹੀ ਹੈ, ਜਿਨ੍ਹਾਂ ਦਾ ਸਾਧ ਸੰਗਤ ਇਹ ਸਰੂਪ ਕਥਨੀ ਤੋਂ ਬਾਹਰ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਜੀਵਨ ਨੂੰ ਗੁਰ ਇਤਿਹਾਸ ਦੇ ਵਿੱਚੋਂ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਪਤਾ ਲੱਗਦਾ ਹੈ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜੋ ਸੇਵਾ ਦੇ ਪੁੰਜ ਹਨ, ਜਿਨ੍ਹਾਂ ਵਰਗਾ ਕੋਈ ਸੇਵਾਦਾਰ ਨਹੀਂ ਹੋ ਸਕਦਾ, ਐਸੇ ਸੇਵਾ ਦੇ ਪੁੰਜ ਹਨ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ। ਤੇ ਗੁਰਾਂ ਦੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਕਮਾਈ ਤੇ ਸੇਵਾ ਕਮਾ ਕੇ ਐਸੀਆਂ ਬਖਸ਼ਿਸ਼ਾਂ ਨਾਲ ਨਿਵਾਜੇ ਗਏ ਕਿ ਸਤਿਗੁਰਾਂ ਨੇ ਵਰ ਦਿੱਤੇ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ, ਨਿਆਸਰਿਆਂ ਦੇ ਆਸਰੇ ਹੋ, ਨਿਗਤਿਆਂ ਦੀ ਗਤ ਹੋ, ਨਿਪੱਤਿਆਂ ਦੀ ਪੱਤ ਹੋ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਵਰਗੀ ਸੇਵਾ ਕੋਈ ਕਮਾ ਨਹੀਂ ਸਕਦਾ। ਸਾਧ ਸੰਗਤ 72 ਸਾਲ ਦੀ ਆਯੂ ਵਿੱਚ ਗੁਰੂ ਸੇਵਾ ਵਿੱਚ ਹਾਜ਼ਰ ਹੋਏ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ, ਤੇ ਐਸੀ ਅਣਥੱਕ ਸੇਵਾ ਕਮਾਈ ਕਿ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਗੁਰਤਾ ਦਾ ਸਿੰਘਾਸਨ ਬਖਸ਼ ਕੇ ਨਿਵਾਜਿਆ, ਤੇ ਗੁਰਤਾ ਦੇ ਸਿੰਘਾਸਨ ਤੇ ਵਿਰਾਜਮਾਨ ਹੋ ਕੇ ਸਤਿਗੁਰਾਂ ਨੇ ਐਸੀਆਂ ਬਖਸ਼ਿਸ਼ਾਂ ਦੇ ਨਾਲ ਸਿੱਖਾਂ ਨੂੰ ਨਿਵਾਜਿਆ ਹੈ ਕਿ ਗੁਰੂ ਪਿਆਰਿਓ 72 ਪੀੜੇ ਬੀਬੀਆਂ ਨੂੰ ਗੁਰਮਤ ਦੇ ਉਪਦੇਸ਼ਟਾ ਦੇ ਬਖਸ਼ੇ, ਤੇ 22 ਮੰਝੀਆਂ ਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ ਉਪਦੇਸ਼ਟਾ ਦੀਆਂ ਬਖਸ਼ੀਆਂ। ਕਰਾਮਾਤਾਵਾਂ ਦੇ ਨਾਲ ਸੱਚਣ ਸੱਚ ਸਾਵਣ ਮੱਲ ਵਰਗਿਆਂ ਨੂੰ ਸਤਿਗੁਰਾਂ ਨੇ ਨਿਵਾਜਿਆ। ਫਿਰ ਜਿੱਥੇ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ
ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਫੈਲਾਇਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤਾਂ ਆਪ ਪਾਤਸ਼ਾਹ ਇਸ ਸਮੁੱਚੇ 9 ਖੰਡ ਪ੍ਰਿਥਵੀ ਦੇ ਵਿੱਚ ਵਿਚਰ ਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ 9 ਖੰਡ ਪ੍ਰਿਥਵੀ ਜਿਹੜੀ ਹੈ ਇਹ ਸਮੁੱਚੀ ਅਵਨੀ ਤਲ ਹੀ ਨਹੀਂ, 7 ਦੀਪਾਂ ਅਤੇ ਲੱਖਾਂ ਪਤਾਲਾਂ ਆਕਾਸ਼ਾਂ ਵਿੱਚ ਵਿਚਰ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿੱਥੇ ਗੁਰਮਤਿ ਦਾ ਉਪਦੇਸ਼ ਬਖਸ਼ਿਆ, ਉੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸ੍ਰੀ ਖਡੂਰ ਸਾਹਿਬ ਨਗਰੀ ਵਿੱਚ ਹੀ ਸਰੂਪ ਧਿਆਨ ਲਾ ਕੇ ਇਸ ਸਥਿਤ ਸ਼ਰਨ ਆਉਣ ਵਾਲੀਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਕਲਿਆਣ ਕਰਦੇ ਰਹੇ। ਉੱਥੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਪਦੇਸ਼ ਦੇਣ ਦੀ ਪ੍ਰਥਾ ਕਿਸ ਤਰ੍ਹਾਂ ਤੋਰੀ। ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਤਿਗੁਰਾਂ ਨੇ 22 ਮੰਝੀਆਂ ਸਿੱਖਾਂ ਨੂੰ ਦਿੱਤੀਆਂ ਕਿ ਵੱਖ-ਵੱਖ, ਕਿਉਂਕਿ ਉਸ ਵੇਲੇ ਜਲਾਲੂਦੀਨ ਦੇ ਅਕਬਰ ਦੇ ਜਿਹੜੇ ਸੂਬੇ ਸੀ ਨਾ, ਇਸ ਭਾਰਤ ਵਰਸ਼ ਦੀ ਭੂਮੀ ਦੇ ਵਿੱਚ 22 ਸੂਬੇ ਸਨ ਤੇ 22 ਹੀ ਸੂਬਿਆਂ ਦੇ ਵਿੱਚ ਸਤਿਗੁਰਾਂ ਨੇ 22 ਉਪਦੇਸ਼ਟਾਂ ਦੀਆਂ ਮੰਝੀਆਂ ਦੇ ਕੇ ਸਿੱਖਾਂ ਨੂੰ ਨਿਵਾਜਿਆ ਤੇ ਕਿਹਾ ਸਾਰੇ ਹੀ ਦੇਸ਼ ਵਿੱਚ ਜਾਓ, ਗੁਰਸਿੱਖੀ ਦਾ ਪ੍ਰਚਾਰ ਕਰੋ। ਤੇ 72 ਪੀੜੇ ਬੀਬੀਆਂ ਨੂੰ ਦਿੱਤੇ ਸਤਿਗੁਰਾਂ ਨੇ ਕਿ ਘਰਾਂ ਘਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰੋ। ਇਸ ਤਰ੍ਹਾਂ ਗੁਰਸਿੱਖੀ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਫੈਲਾਇਆ ਤੇ ਵਧਾਇਆ। ਫਿਰ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਜੋ ਪਾਵਨ ਗੁਰਬਾਣੀ ਉਚਾਰਨ ਕੀਤੀ, ਉਸ ਪਾਵਨ ਗੁਰਬਾਣੀ ਅੰਦਰ ਸਤਿਗੁਰਾਂ ਨੇ ਸੇਵਾ ਤੇ ਗੁਰੂ ਵਾਲੇ ਹੋਣ ਦਾ ਉਪਦੇਸ਼ ਪ੍ਰਮੁੱਖ ਦਿੱਤਾ। ਸਤਿਗੁਰਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਵੀ ਗੁਰਬਾਣੀ ਪੜ੍ਹ ਕੇ ਵਿਚਾਰ ਲਓ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਪ੍ਰਤੀਕ ਗੁਰਬਾਣੀ ਦੇ ਵਿੱਚ ਗੁਰੂ ਧਾਰਨ ਦੀ ਬਹੁਤ ਹੀ ਪ੍ਰੌੜਤਾ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਹੋਵੇਗੀ। ਸਤਿਗੁਰੂ ਜੀ ਰੋਜ਼ ਆਪ ਸ੍ਰੀ ਅਨੰਦ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਕਰਦੇ ਹੋ। ਇਹ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜੇ ਕੋ ਗੁਰ ਤੇ ਵਿਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਵੇਖਿਆ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਦੀ ਮਹਿਮਾ ਸਤਿਗੁਰਾਂ ਬੜੀ ਦਰਸਾਈ, ਕਿਉਂਕਿ ਜਿਸ ਵੇਲੇ ਆਪ ਗੁਰੂ ਸੇਵਾ ਵਿੱਚ ਹਾਜ਼ਰ ਹੋਏ ਤੇ ਹਾਜ਼ਰ ਹੋਣ ਦਾ ਕਾਰਨ ਹੀ ਇਹ ਬਣਿਆ ਸੀ। ਕਿਉਂਕਿ ਗੰਗਾ ਇਸ਼ਨਾਨ ਕਰਨ ਸੰਗਤ ਲੈ ਕੇ ਬਸਰਕਿਆਂ ਤੋਂ ਜਾਂਦੇ ਸਨ। ਪੰਡਤ ਨਾਲ ਮੇਲ ਹੋਇਆ, ਬਚਨ ਬਲਾਸ ਸੁਣ ਸੰਗਤ ਕਰ ਬੜਾ ਪ੍ਰਭਾਵਿਤ ਹੋਇਆ। ਪੰਡਤ ਨਾਲ ਹੀ ਗੰਗਾ ਗਿਆ, ਵਾਪਸ ਵੀ ਨਾਲ ਹੀ ਆਇਆ, ਬਾਸਰ ਕੇ ਪਿੰਡ ਵੀ ਨਾਲ ਹੀ ਆ ਗਿਆ। ਤੇ ਸੁਭਾਵਕ ਹੀ ਜਿਸ ਵੇਲੇ ਰਾਤ ਵਿਸ਼ਰਾਮ ਕਰਨ ਵਾਸਤੇ ਕੋਠੇ ਤੇ ਮੰਝੇ ਡਾਏ ਤੇ ਬਚਨ ਬਲਾਸ ਚੱਲੇ, ਬ੍ਰਾਹਮਣ ਪੁੱਛਦਾ ਕਿ ਤੁਹਾਡਾ ਗੁਰੂ ਕੌਣ ਹੈ? ਤੇ ਸਤਿਗੁਰੂ ਜੀ ਕਹਿਣ ਲੱਗੇ ਗੁਰੂ ਤੇ ਧਾਰਨ ਹੀ ਨਹੀਂ ਕੀਤਾ। ਸੁਣ ਕੇ ਉਹ ਜਿਹੜਾ ਪੰਡਿਤ ਸੀ ਨਾਲੇ ਆਪਣੇ ਆਪ ਨੂੰ ਝੂਰਦਾ ਹੈ, ਨਾਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਤਰਕਾਰਾਂ ਪਾਉਂਦਾ, ਰਾਤ ਹੀ ਉੱਠ ਕੇ ਚਲਿਆ ਗਿਆ। ਬੜੀ ਮਨ ਦੇ ਵਿੱਚ ਉਦਾਸੀਨਤਾ ਛਾਈ, ਨਿਗੁਰਾ ਇਤਨਾ ਮਾੜਾ ਹੁੰਦਾ ਹੈ। ਸਾਰੀ ਰਾਤ ਚਿੰਤਾ ਵਿੱਚ ਜਾਗਦਿਆਂ ਲੰਘ ਗਈ। ਸਵੇਰ ਹੋਈ ਤੇ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ
ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਬਾਸਰ ਕੇ ਨਗਰ ਵਿੱਚ ਹੀ ਸੀ। ਅੰਮ੍ਰਿਤ ਵੇਲੇ ਬੀਬੀ ਅਮਰੋ ਉੱਠੀ ਹੈ, ਦੁੱਧ ਰਿੜਕਣਾ ਪਾਇਆ ਹੈ, ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਕਰ ਰਹੀ ਹੈ। ਜਿਸ ਵੇਲੇ ਇਹ ਗੁਰਬਾਣੀ ਦੀ ਧੁਨੀ ਕੰਨਾਂ ਵਿੱਚ ਪਈ, ਮਨ ਨੂੰ ਸ਼ਾਂਤੀ ਆਈ। ਕੋਲ ਜਾ ਕੇ ਸਾਰਾ ਹੀ ਗੁਰਬਾਣੀ ਦਾ ਪਾਠ ਸੁਣਿਆ। ਪੁੱਛਿਆ ਕਿਹਨਾਂ ਦੀ ਬਾਣੀ ਹੈ ਪੁੱਤਰੀ? ਦੱਸਿਆ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੀ। ਉਹ ਕਿੱਥੇ ਹਨ? ਪਿਤਾ ਸ਼੍ਰੀ ਉਹ ਤੇ ਨਹੀਂ ਹਨ, ਉਹਨਾਂ ਦੇ ਆਸਣ ਤੇ ਮੇਰੇ ਪਿਤਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸ਼ਿਸ਼ੋਭਤ ਹਨ। ਚੱਲ ਮੈਨੂੰ ਉਹਨਾਂ ਦੇ ਦਰਸ਼ਨ ਕਰਵਾ। ਇਸ ਤਰ੍ਹਾਂ ਬੀਬੀ ਅਮਰੋ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਗੁਰੂ ਦੀ ਮਹੱਤਵਤਾ ਜਿਹੜੀ ਹੈ ਉਹਨੂੰ ਜਾਣਿਆ ਤੇ ਆਪਣੀ ਪਾਵਨ ਗੁਰਬਾਣੀ ਅੰਦਰ ਗੁਰੂ ਦੀ ਮਹੱਤਵਤਾ ਸਤਿਗੁਰਾਂ ਦਰਸਾਈ ਤੇ ਕਿਹਾ ਕਿ ਭਾਈ ਸਤਿਗੁਰ ਬਾਝੋ ਗੁਰ ਨਹੀਂ ਕੋਏ, ਨਿਗੁਰੇ ਕਾ ਹੈ ਨਾਉ ਬੁਰਾ। ਧੰਨ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਕੋਈ ਸੱਚਾ ਗੁਰੂ ਨਹੀਂ ਹੈ। ਤੇ ਜਿਹਨੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਨਹੀਂ ਕੀਤਾ ਉਹ ਨਿਗੁਰਾ ਹੈ, ਤੇ ਨਿਗੁਰੇ ਦਾ ਨਾਮ ਲੈਣਾ ਵੀ ਮਾੜਾ ਹੈ। ਸੋ ਗੁਰੂ ਦੀ ਮਹਿਮਾ ਤੇ ਸੇਵਾ ਦੀ ਮਹੱਤਵਤਾ ਸਤਿਗੁਰਾਂ ਨੇ ਆਪਣੀ ਗੁਰਬਾਣੀ ਅੰਦਰ ਦਰਸਾਈ ਤੇ ਸਤਿਗੁਰਾਂ ਦਾ ਜੀਵਨ ਹੀ ਇਸ ਸੇਵਾ ਅਤੇ ਸਿਮਰਨ ਨੂੰ ਬਖਸ਼ਦਾ ਹੈ। ਗੁਰਾਂ ਦਾ ਇਤਿਹਾਸ ਪੜ੍ਹੀਏ ਸਾਧ ਸੰਗਤ, ਅਨੇਕ ਹੀ ਸਤਿਗੁਰਾਂ ਨੇ ਪ੍ਰਥਾਵਾਂ ਚਲਾਈਆਂ। ਜਿਹੜੀ ਪਹਿਲਾਂ ਪੰਗਤ ਫਿਰ ਸੰਗਤ, ਇਹ ਪ੍ਰਥਾ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਹੀ ਚਲਾਈ ਕਿ ਭਾਈ ਜਿਹੜੀ ਵੀ ਸੰਗਤ ਦਰਸ਼ਨ ਕਰਨ ਆਵੇ ਪਹਿਲਾਂ ਸੰਗਤ ਵਿੱਚ ਨਹੀਂ, ਪਹਿਲਾਂ ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕੇ, ਫਿਰ ਭਾਈ ਸੰਗਤ ਵਿੱਚ ਆ ਕੇ ਬੈਠ ਕੇ ਗੁਰੂ ਸ਼ਬਦ ਸਰਵਣ ਕਰੇ। ਇਹ ਸੰਗਤ ਤੇ ਪੰਗਤ, ਪੰਗਤ ਪਹਿਲਾਂ ਸੰਗਤ ਮਗਰੋਂ, ਇਹ ਪ੍ਰਥਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਚਲਾਈ। ਫਿਰ ਹੋਰ ਵੀ ਮਹਿਮਾ ਬੇਅੰਤ ਸਤਿਗੁਰਾਂ ਦੀ ਸਾਧ ਸੰਗਤ। ਜਿਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਾਰਾ ਦਿਨ ਦੇਗ ਲੰਗਰ ਵਰਤਦਾ, ਬੇਅੰਤ ਆਉਣ ਵਾਲੇ ਜਾਚਕਾਂ ਨੂੰ ਦਾਨ ਪੁੰਨ ਵੀ ਹੁੰਦਾ, ਤੇ ਰਾਤ ਪੈ ਜਾਂਦੀ ਸਭ ਕੁਝ ਹੀ ਵਰਤਾ ਦਿੰਦੇ, ਵਰਤਿਆ ਹੋਇਆ ਵਧਿਆ ਬਿਆਸਾਂ 'ਚ ਪਵਾ ਦਿੰਦੇ। ਇੱਥੋਂ ਤੱਕ ਕਿ ਰਾਤ ਨੂੰ ਭਰੀਆਂ ਜਲ ਦੀਆਂ ਗਾਗਰਾਂ ਵੀ ਨਹੀਂ ਰੱਖਦੇ ਕਿ ਸਵੇਰੇ ਅੰਮ੍ਰਿਤ ਵੇਲੇ ਨਵੇਂ ਸਿਰਿਓਂ ਰਸਤਾਂ ਵਸਤਾਉਣਗੀਆਂ ਤੇ ਨਵੇਂ ਸਿਰਿਓਂ ਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਵਰਤੇਗਾ, ਚੱਲੇਗਾ। ਤੇ ਸਾਧ ਸੰਗਤ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਕਾਲ ਇਸ ਤਰ੍ਹਾਂ ਹੀ ਗੁਰੂ ਘਰ ਦੀ ਪ੍ਰਥਾ ਰਹੀ ਕਿ ਰਾਤ ਕੁਝ ਵੀ ਨਹੀਂ ਰੱਖਣਾ। ਪਹਿਰ ਰਾਤ ਲੰਘ ਗਈ ਹੈ, ਛਕਣ ਛਕਾਉਣ ਵਾਲੇ ਹੁਣ ਜਿਹੜੇ ਛਕ ਕੇ ਚਲੇ ਗਏ ਹੈ, ਜੋ ਵਧਿਆ ਬਿਆਸਾ 'ਚ ਪਾ ਦਿਓ। ਅੰਮ੍ਰਿਤ ਵੇਲੇ ਨੂੰ ਸੰਗਤਾਂ ਰਸਤਾਂ ਬਸਤਾਂ ਲੈ ਕੇ ਆ ਜਾਣਾ, ਨਵੇਂ ਸਿਰਿਓਂ ਦੇਗ ਲੰਗਰ ਸਾਰਾ ਤਿਆਰ ਹੋਣਾ। ਫਿਰ ਹੋਰ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ, ਜਿਤਨਾ ਚਿਰ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਰਹੇ, ਉਹਨਾਂ ਚਿਰ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਸਾਧ ਸੰਗਤ ਕਿਸੇ ਦੀ ਮ੍ਰਿਤੂ ਹੀ ਨਹੀਂ ਹੋਈ। ਤਾਂ ਹੀ ਭੱਟਾਂ ਨੇ ਕਿਹਾ ਨਾ, ਗੋਵਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁਖ ਦੂਰ ਬਰਸਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੋਇੰਦਵਾਲ ਨਗਰੀ ਗੋਬਿੰਦਪੁਰੀ ਸੱਚਖੰਡ ਵਰਗੀ ਸਤਿਗੁਰਾਂ ਬਣਾ ਦਿੱਤੀ ਹੈ। ਜਿਵੇਂ ਸੱਚਖੰਡ ਵਿੱਚ ਕਾਲ ਪ੍ਰਵੇਸ਼ ਨਹੀਂ ਹੋ ਸਕਦਾ, ਜਿਤਨਾ ਕਾਲ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਨਗਰੀ ਰਹੇ, ਕਾਲ ਨਗਰੀ ਵਿੱਚ ਪ੍ਰਵੇਸ਼ ਨਹੀਂ ਹੋਣ ਪਾਇਆ। ਕਿਸੇ ਦੀ ਮ੍ਰਿਤੂ ਨਹੀਂ ਹੋਈ ਗੋਇੰਦਵਾਲ ਸਾਹਿਬ ਨਗਰੀ ਵਿੱਚ। ਐਸੇ ਸਨ ਜਿਨ੍ਹਾਂ ਨੇ ਕਾਲ ਨੂੰ ਵੀ ਥੰਮ ਪਾ ਦਿੱਤੀ, ਰੋਕ ਪਾ ਦਿੱਤੀ। ਐਸੇ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੀ ਮਹਿਮਾ ਤੇ ਕਥਨ ਹੀ ਨਹੀਂ ਕੀਤੀ ਜਾ ਸਕਦੀ। ਤਾਂ ਤੇ ਭੱਟਾਂ ਨੇ ਵੀ ਕਿਹਾ ਹੈ, ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨਹਿ ਜੋ ਗਾਵੈ,
ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਹੋ ਸਕਦਾ ਹੈ ਕਿ ਮੀਂਹ ਵਿੱਚ ਪੈਣ ਵਾਲੀਆਂ ਬੂੰਦਾਂ ਗਿਣੀਆਂ ਤੇ ਨਹੀਂ ਜਾ ਸਕਦੀਆਂ, ਹੋ ਸਕਦਾ ਹੈ ਕੋਈ ਗਿਣ ਲਵੇ ਭਾਈ। ਕਨ ਹਰ ਬੂੰਦ ਗਿਣੀਆਂ ਤੇ ਨਹੀਂ ਜਾਂਦੀਆਂ, ਪਰ ਹੋ ਸਕਦਾ ਕੋਈ ਗਿਣ ਲਵੇ। ਫਿਰ ਕਨ ਹਰ ਬੂੰਦ ਬਸੋ ਰੋਮਾਵਲ, ਕਹਿੰਦੇ ਇਹ ਜਿਹੜੀ ਇਹ ਵਨਸਪਤੀ ਹੈ, ਵਨਸਪਤੀ ਨੂੰ ਕੋਈ ਗਿਣ ਨਹੀਂ ਸਕਦਾ। ਅਵਨੀ ਤਲ ਤੇ 18 ਭਾਰ ਵਨਸਪਤੀ ਮਾਲਣੀ ਜਿਹੜੀ ਹੈ, ਕੋਈ ਇਹਨਾਂ ਦੇ ਇਸ ਦੀ ਗਿਣਤੀ ਕਰ ਸਕਦਾ ਹੈ? ਪੱਤੇ ਪੱਤੇ ਦੀ ਵਨਸਪਤੀ ਦੀ ਨਹੀਂ ਕਰ ਸਕਦਾ। ਸੰਭਵਤः ਕੋਈ ਕਰ ਵੀ ਲਵੇ, ਪਰ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਜਿਹੜੀ ਹੈ, ਉਹਨਾਂ ਦੇ ਗੁਣ ਜਿਹੜੇ, ਉਹਨਾਂ ਦੀ ਕੀਰਤੀ ਜਿਹੜੀ ਉਹ ਗਿਣੀ ਨਹੀਂ ਜਾ ਸਕਦੀ। ਹੋ ਸਕਦਾ ਹੈ ਗੰਗਾ ਦੀਆਂ ਲਹਿਰਾਂ ਗਿਣੀਆਂ ਤੇ ਨਹੀਂ ਜਾਂਦੀਆਂ, ਹੋ ਸਕਦਾ ਕੋਈ ਗਿਣ ਲਵੇ। ਸੂਰਜ ਦੀਆਂ ਕਿਰਨਾਂ ਗਿਣੀਆਂ ਤੇ ਨਹੀਂ ਜਾ ਸਕਦੀਆਂ, ਸੰਭਵਤः ਕੋਈ ਗਿਣ ਲਵੇ। ਸੋ ਭਾਵ ਕਿ ਇਹ ਜਿਤਨੇ ਵੀ ਕਾਰਜ ਜਿਹੜੇ ਅਸੰਭਵ ਨਹੀਂ ਹੋ ਸਕਦੇ, ਹੋ ਸਕਦਾ ਕੋਈ ਕਰ ਲਵੇ। ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣ ਨਾ ਤੇ ਗਿਣੇ ਜਾ ਸਕਦੇ ਹਨ, ਨਾ ਕੋਈ ਗਿਣ ਸਕਿਆ ਹੈ, ਨਾ ਕੋਈ ਗਿਣ ਪਾਵੇਗਾ। ਇਸ ਵਾਸਤੇ ਤੇਰੀ ਉਪਮਾ ਤੋਹੇ ਬਨ ਆਵੇ। ਜਿਹੋ ਜਿਹੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਹੋ, ਉਹ ਜਿਹੇ ਆਪ ਹੀ ਹੋ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਅੱਜ ਅਵਤਾਰ ਪੁਰਬ ਦਿਹਾੜੇ ਤੇ ਸੰਧਿਆ ਕਾਲ ਦੇ ਦੀਵਾਨਾਂ ਵਿੱਚ ਗੁਰਮੁਖ ਪਿਆਰਿਓ ਸਤਸੰਗੀ ਜਨੋ ਹਾਜ਼ਰੀਆਂ ਭਰ ਰਹੇ ਹੋ। ਗੁਰਾਂ ਦੇ ਅਵਤਾਰ ਪੁਰਬ ਦਿਹਾੜਿਆਂ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ, ਸਾਰੀ ਸੰਗਤ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ ਦਾਸਾਂ ਦੀ ਤੁਛ ਬੁੱਧੀ ਹੈ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਧਰਾ ਪਾਰ ਪੌਰ ਆਰ ਅੰਬਰ ਕੀ ਔਰ ਗਾਤ, ਅੰਧਕਾਰ ਧੁੰਦ ਜਿਮ ਛਾਈ ਧੂਰ ਗੈਲ ਕੀ, ਧੌਂਸੇ ਧੁੰਕ ਫੈਲਤੀ ਪਹਿਲ ਹੀ ਸੰਤੋਖ ਸਿੰਘ, ਐਲ ਕਰੇ ਸੈਲ ਪਤ ਸੁਨੈ ਧੁਨ ਸੈਲ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।